ਵੀ ਪੁਲਿਸ ਪ੍ਰਸ਼ਾਸਨ ਐਸਡੀਐਮ ਇਹ ਸਾਰੇ ਰਲ ਕੇ ਪੈਸੇ ਚੰਗੇ ਲੈ ਕੇ ਇਹ ਲੱਗੀ ਗਈ 150 ਇਹ ਪੁਲਿਸ ਨਾਲ ਰਲ ਕੇ ਕਲੰਦਰਾ ਇੱਕ ਦਿਨ ਦੇ ਵਿੱਚ ਲੈ ਕੇ ਆਈ, ਮੇਰੇ ਤੋਂ ਸਾਈਨ ਕਰਾਇਆ, ਇੱਕ ਦਿਨ 'ਚ ਰਿਸੀਵਰ ਲੱਗ ਗਿਆ। 3 ਦਿਨਾਂ ਦੇ ਵਿੱਚ 16-17 ਖੇਤਾਂ ਦਾ ਝੋਨਾ ਵੱਢ ਕੇ ਲੈ ਗਏ। ਕੋਈ ਛੱਡਦਾ ਮਾਲਕ 2 ਸਾਲ ਦਾ ਠੇਕਾ ਉਹਨੇ ਕਿੱਦਾਂ ਨਹੀਂ ਦਿੱਤਾ ਇਹਨਾਂ ਨੂੰ? ਹੁਣ ਮਾਲਕ ਨੂੰ ਕਿੱਦਾਂ ਆਖੂਗਾ ਤੂੰ ਉਹ ਜ਼ਮੀਨ 'ਚ ਦੁਬਾਰਾ ਵਾਹੀ ਕਰ? ਮੇਰੇ ਕਰੈਕਟਰ ਦੇ ਖਿਲਾਫ, ਮੇਰੇ ਕੈਰੀਅਰ ਦੇ ਖਿਲਾਫ, ਮੇਰੀ ਪਿਛਲੀ ਜ਼ਿੰਦਗੀ ਦੇ ਖਿਲਾਫ ਨਹੀਂ ਉਹ ਕੁਛ ਉਛਾਲਿਆ ਜਿਹੜਾ ਨਹੀਂ ਉਹ ਬੋਲਣ ਉਹਨਾਂ ਦੇ ਹੱਕ, ਉਹਦੇ ਖਿਲਾਫ ਵੀ ਮੈਂ K9 ਦੇ ਹਾਈ ਕੋਰਟ 'ਚ ਜਾਊਂਗੀ। ਇਸ ਘਰ ਦੀ ਬੈਕਗ੍ਰਾਉਂਡ ਇੰਨੀ ਕੁ ਗੰਦੀ ਆ ਨਾ, ਮੈਂ ਬਿਆਨ ਨਹੀਂ ਕਰ ਸਕਦੀ। ਸਾਵਧਾਨ ਸਾਵਧਾਨ ਸਾਵਧਾਨ, ਇਹ ਅਸੀਂ ਨਹੀਂ ਕਹਿ ਰਹੇ, ਇਹ NRI ਕਹਿ ਰਹੇ ਨੇ ਜੋ ਧੋਖਾਧੜੀ ਦਾ ਸ਼ਿਕਾਰ ਹੋਏ ਨੇ। ਧੋਖਾਧੜੀ, ਜੀ ਹਾਂ ਧੋਖਾਧੜੀ। ਪਿੰਡ ਛੱਡ ਕੇ ਵਿਦੇਸ਼ ਵਸਣ ਵਾਲੇ NRIਆਂ ਨੇ ਇੱਕ ਔਰਤ ਨੂੰ ਜ਼ਮੀਨ ਠੇਕੇ ਤੇ ਦਿੱਤੀ ਸੀ ਅਤੇ ਇਸ ਔਰਤ ਵੱਲੋਂ NRIਆਂ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਗਿਆ। ਇਹ ਘਟਨਾ ਜਲੰਧਰ ਦੇ ਪਿੰਡ ਉਪਲਾਂ ਦੀ ਹੈ। ਇਹ ਵਿਵਾਦ ਹੁਣ ਚੰਗਿਆੜੀ ਤੋਂ ਭਾਂਬੜ ਵਾਂਗੂ ਮੱਚ ਗਿਆ। ਹੁਣ ਜ਼ਮੀਨ ਠੇਕੇ ਤੇ ਦੇਣ ਵਾਲੇ NRI ਅਤੇ ਜ਼ਮੀਨ ਠੇਕੇ ਤੇ ਲੈਣ ਵਾਲੀ ਔਰਤ ਆਮੋ ਸਾਹਮਣੇ ਹੋ ਗਏ ਨੇ। ਪਹਿਲਾਂ ਔਰਤ ਵੱਲੋਂ NRIਆਂ ਨੂੰ ਪਰੇਸ਼ਾਨ ਕੀਤਾ ਗਿਆ ਸੀ ਅਤੇ ਹੁਣ NRIਆਂ ਨੇ ਔਰਤ ਨੂੰ ਪੁੱਠੀ ਪੁਆਂਟਣੀ ਦਿੱਤੀ ਹੋਈ ਹੈ। ਜੇਕਰ ਤੁਸੀਂ ਵੀ ਆਪਣੀ ਜ਼ਮੀਨ ਕਿਸੇ ਨੂੰ ਠੇਕੇ ਤੇ ਦੇ ਰੱਖੀ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਵਿਵਾਦ ਹੁਣ ਪਿੰਡ ਦੀਆਂ ਗਲੀਆਂ ਚੋਂ ਨਿਕਲ ਕੇ ਸਮਾਜਿਕ ਸੁਰੱਖਿਆ ਅਤੇ ਰਾਜਨੀਤਿਕ ਪੱਧਰ ਦਾ ਮੁੱਦਾ ਬਣਦਾ ਜਾ ਰਿਹਾ ਹੈ। ਇਸ ਮਸਲੇ ਦੇ ਵਿੱਚ ਸਥਾਨਕ SHO ਦਾ ਵੀ ਡਾਢਾ ਵਿਰੋਧ ਹੋਇਆ। ਇਸ ਮਸਲੇ ਤੇ ਧੋਖਾਧੜੀ ਤੋਂ ਲੈ ਕੇ ਵਿਰੋਧ ਤੱਕ ਦੀ ਕਹਾਣੀ ਸੁਣੋ ਪੀੜਤਾਂ ਤੇ ਸੰਬੰਧੀਆਂ ਦੀ ਜ਼ੁਬਾਨੀ। ਜ਼ਮੀਨ ਛੱਡ ਦੇਣਗੇ ਜਦੋਂ ਉਹ ਪਟਾਨਾਮਾ ਫੇਕ ਹੋ ਗਿਆ, ਉਹ ਪਟਾਨਾਮਾ ਉਹਦਾ ਜਾਰੀ ਬਣਾਇਆ ਸੀ, ਤੇ ਮੈਂ ਤਾਂ ਤੁਹਾਨੂੰ ਬੇਨਤੀ ਕਰਾਂ ਉਹ ਤੁਹਾਡੇ ਕੋਈ ਵੀ ਮੰਨ ਕੇ ਗਈ ਆ ਵੀ ਮੇਰਾ 2 ਸਾਲ ਦਾ ਠੇਕਾ ਰਹਿੰਦਾ, ਮੰਨ ਕੇ ਗਈ ਨਾ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਕਿਸੇ ਨੂੰ 6 ਮਹੀਨੇ 2 ਮਹੀਨੇ ਕੀ 2 ਸਾਲ ਕੀ 2 ਮਹੀਨੇ ਲੇਟ ਹੋ ਜਾਏ, 2 ਸਾਲ ਦਾ ਉਹਨੇ ਕਿਹਾ ਮੇਰਾ ਠੇਕਾ ਰਹਿੰਦਾ, 2 ਮਹੀਨੇ ਕੋਈ ਜ਼ਿਮੀਂਦਾਰ ਜਿਹਨੇ ਪਟੇ ਦੀ ਜ਼ਮੀਨ ਲਈ ਆ ਠੇਕਾ ਲੇਟ ਕਰ ਦਵੇ, ਮਾਲਕ ਉਸੇ ਵੇਲੇ ਕਹਿ ਦਿੰਦਾ ਮੇਰੀ ਜ਼ਮੀਨ ਤੋਂ ਬਾਹਰ ਹੋ ਜਾ। ਕੋਈ ਛੱਡਦਾ ਮਾਲਕ 2 ਸਾਲ ਦਾ ਠੇਕਾ ਉਹਨੇ ਕਿੱਦਾਂ ਨਹੀਂ ਦਿੱਤਾ ਇਹਨਾਂ ਨੂੰ? ਹੁਣ ਮਾਲਕ ਨੂੰ ਕਿੱਦਾਂ ਆਖੂਗਾ ਤੂੰ ਉਹ ਜ਼ਮੀਨ 'ਚ ਦੁਬਾਰਾ ਵਾਹੀ ਕਰ? ਤੇ ਉਹਦੇ ਤੇ FIR ਹੋ ਗਈ ਆ 408 FIR ਦੇਖ ਲਓ, ਇਹ ਸਾਰੀ ਪੜ੍ਹ ਲਿਓ, ਇਹਦੇ ਤੇ ਸਾਰਾ ਕੁਝ ਲਿਖਿਆ ਆ। DA ਲੀਗਲ ਨੇ, SSP ਸਾਹਿਬ ਜਲੰਧਰ ਨੇ, DSP ਫਲੋਰ ਨੇ ਵੀ ਇਹ ਸਾਰਾ ਫੇਕ ਸੀਗਾ, ਇਸ ਕਰਕੇ ਇਹਦੇ ਤੇ ਇੱਕ ਪਰਚਾ ਦਰਜ ਹੋ ਗਿਆ। ਉਹ ਜਾਲੀ ਸੀਗਾ, ਉਹ ਪਟਾਨਾਮਾ ਕਰਦਾ ਸੀ ਉਹ, ਇਸ ਕਰਕੇ ਉਹਦੀ ਕੋਈ ਵੈਲਿਊ ਨਹੀਂ, ਕਿਸੇ ਪਾਸੇ ਕੋਈ ਵੈਲਿਊ ਨਹੀਂ। ਤੇ ਸਰ ਠੇਕਾ ਕਿੰਨਾ ਸੀਗਾ ਜ਼ਮੀਨ ਦਾ? ਠੇਕਾ ਇਹ ਦੱਸਦੇ ਸਰਦਾਰ ਮਹਿੰਦਰ ਕੌਰ ਜੀ ਦੱਸਦੇ ਆ ਵੀ ਸਾਡਾ 27,000 ਉਹਦੇ ਨਾਲ ਪਹਿਲਾਂ ਤੈਅ ਕੀਤਾ ਹੈ, ਫਿਰ ਉਹ ਦੇਣੇ ਹਟ ਗਏ। ਤੇ ਸਰਦਾਰ ਸੰਤੋਖ ਸਿੰਘ ਨੇ ਤੇ ਜ਼ਮੀਨ ਛਡਾ ਹੀ ਨਹੀਂ ਸੀ ਉਹਦੇ ਕੋਲੋਂ। 2018 ਤੋਂ ਬਾਅਦ ਇਹਨਾਂ ਨੇ ਜ਼ਮੀਨ ਨਹੀਂ ਉਹਨੂੰ ਦਿੱਤੀ, ਉਹ ਤੇ ਛਡਾ ਲਈ ਸੀ। ਉਹ ਦੁਬਾਰਾ ਜਬਰੀ ਕਬਜ਼ਾ ਕਰਨਾ ਚਾਹੁੰਦੀ ਹੈ ਇਹਨਾਂ ਦੀ ਜ਼ਮੀਨ ਤੇ ਸਰ ਹੁਣ ਤੁਸੀਂ ਆਪਣੀ ਪ੍ਰੋਜੈਕਸ਼ਨ ਵਾਸਤੇ ਕੋਈ ਕੰਪਲੇਂਟ ਫਾਈਲ ਕੀਤੀ ਹੈ ਜੀ? ਕੰਪਲੇਂਟਾਂ SDM ਸਾਹਿਬ ਤੋਂ ਚੱਲਦਾ 30 ਤਰੀਕ ਹੈ ਉਹਦੀ ਜੀ। ਅਸੀਂ ਹਾਈ ਕੋਰਟ 'ਚ ਵੀ ਗਏ ਆ ਉਹਦੇ ਸੰਬੰਧ ਵਿੱਚ। ਹਾਈ ਕੋਰਟ ਸਾਨੂੰ ਕੀ ਆਰਡਰ ਕਰਦੀ ਆ ਉਹ ਜ਼ਰੂਰ ਤੁਹਾਨੂੰ ਡਾਇਰੈਕਸ਼ਨ ਆਊਗੀ, ਕਿਉਂਕਿ ਪਹਿਲਾਂ ਵੀ ਹਾਈ ਕੋਰਟ ਨੇ ਦੇ ਖਿਲਾਫ ਦਿੱਤਾ, ਉਹਨੇ ਕਹਿ ਦਿੱਤਾ ਹਾਈ ਕੋਰਟ ਨੇ। ਮੈਂ ਹਾਈ ਕੋਰਟ ਦੇ ਵਿੱਚ ਜਦੋਂ 4 ਮਾਰਚ ਨੂੰ ਆਖਰੀ ਤਰੀਕ ਸੀ ਫੈਸਲੇ ਦੀ, ਮੈਂ ਆਪ ਉਹਦੇ ਉੱਥੇ ਬੈਠਾ ਸੀ ਅੰਦਰ। ਜੱਜ ਨੇ ਪੁੱਛਿਆ ਇਹਨੂੰ, ਇਹ ਵੀ ਬੈਠੀ ਸੀ, ਵਕੀਲ ਨੂੰ ਪੁੱਛਿਆ ਵੀ ਕੀ ਜਮ੍ਹਾਂਬੰਦੀ 'ਚ ਫਰਦਾਂ 'ਚ ਤੁਹਾਡਾ ਨਾਂ ਹੈਗਾ? ਕਹਿੰਦੇ ਨਹੀਂ ਜੀ। ਉਹ ਕਹਿੰਦਾ ਜਮ੍ਹਾਂਬੰਦੀ 'ਚ ਜਾਂ ਫਰਦਾਂ ਦੇ ਸੰਬੰਧ ਵਿੱਚ ਗਰਦੌਲੀਆਂ ਜਿਹੜੀਆਂ ਹੁੰਦੀਆਂ ਪਟਵਾਰੀ ਕਰਦੇ ਹੁੰਦੇ ਆ ਵੀ ਜ਼ਮੀਨ ਦਾ ਆਹ ਕਾਸ਼ਤਕਾਰਿਆ ਹੈਗਾ ਤੁਹਾਡਾ? ਕਹਿੰਦੇ ਨਹੀਂ ਜੀ। ਉਹ ਕਹਿੰਦਾ ਫਿਰ ਤੁਹਾਡਾ ਪਟਾਨਾਮਾ ਹੈਗਾ ਮਹਿੰਦਰ ਕੌਰ ਵਾਲੀ ਜਿਹੜੇ 145 ਦੇ ਸਟੇ ਲੈ ਕੇ ਆਈ ਸੀ? ਉਹ ਕਹਿੰਦੇ ਜੀ ਸੰਤੋਖ ਸਿੰਘ ਨਾਲ। ਉਹ ਕਹਿੰਦਾ ਸੰਤੋਖ ਸਿੰਘ ਕੋਲ ਕਿਹੜਾ ਰਾਈਟ ਆ ਦੂਸਰਿਆਂ ਦੀ ਜ਼ਮੀਨ ਪਟੇ ਤੇ ਦੇ ਦੇਵੇ? ਸੰਤੋਖ ਸਿੰਘ ਵਾਲਾ ਜਿਹੜਾ ਪਟਾ ਲਈ ਫਿਰਦੀ ਉਹ ਆਪ ਫੇਰ ਕੇ ਜਾਣੀ ਆ। ਮੈਂਬਰ ਸਾਹਿਬ ਅੱਜ ਸਿਰਫ ਇੱਕ ਪਰਚੇ ਦੇ ਬਾਰੇ ਗੱਲ ਕਰਨ ਆਏ ਸੀ ਜਾਂ ਕੋਈ ਹੋਰ ਵੀ ਸੀਗੇ ਨਾਲ ਉਹਨਾਂ ਦੇ? ਹੋਰ ਵੀ ਆ, ਤੁਹਾਨੂੰ ਦੱਸਦੀ ਵੀ ਰੇਤਾ ਦਾ ਇੱਕ ਪਰਚਾ ਹੋਇਆ, ਟਰਾਲੀ ਖੜੀ ਜੀ ਆਹ ਦੇ 20 ਟੋਕਰੇ ਆ ਵਿੱਚ ਰੇਤੇ ਦੇ। ਅੱਛਾ ਜੀ। ਫਿਰ ਇੱਥੋਂ ਬੈਗ ਦੀਆਂ 4 ਟਰਾਲੀਆਂ ਸੀਗੀਆਂ, ਉਹ ਫੜ ਕੇ ਲੈ ਆਏ, ਉਹ ਪੈਸੇ ਲੈ ਕੇ ਛੱਡ ਦਿੱਤੀਆਂ। ਤੇ ਆਹ ਸਾਡੇ ਮੇਰੇ ਖਿਆਲ ਭੱਠਾ ਵਿਚਾਰਿਆਂ ਦਾ ਲਾਲਿਆਂ ਦਾ, ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਦੇ। ਚੰਬਰ ਸਾਹਿਬ ਇੱਕ ਚੀਜ਼ ਹੋਰ ਸੀ ਕਿ ਵੀ ਮੈਂ ਮੈਡਮ ਨੂੰ ਪੁੱਛਣਾ ਚਾਹੂੰਗਾ, ਮੈਡਮ ਤੁਸੀਂ ਸਾਨੂੰ ਉਦੋਂ ਕਹਿੰਦੇ ਸੀ ਹਾਈ ਕੋਰਟ ਦੇ ਮੇਰੇ ਕੋਲ ਇੱਕ ਸਟੇ ਆਰਡਰ ਨੇ, ਤੇ ਉਹ ਸਟੇ ਆਰਡਰ ਦੇ ਉਹਨਾਂ ਨੇ ਜਿਹੜੇ ਸਾਨੂੰ ਕਾਪੀਆਂ ਦਿਖਾਈਆਂ ਵਿੱਚ ਉਹਦੇ ਵਿੱਚ ਸਾਰੇ ਆਰਡਰ ਜਿਹੜੇ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੇ ਗਏ ਜੀ।
ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ ਨਹੀਂ, ਪੇਂਟਿੰਗ ਤੇ ਆ ਕੇਸ, ਰੱਦ ਕੋਈ ਨਹੀਂ ਮੈਮ, ਉਹ ਜਿਹੜੇ ਮੇਰੇ ਕੋਲ ਕਾਪੀ ਪਈਆਂ, ਜਿਹੜਾ ਕਿ ਮੇਰੇ ਕੋਲ ਦੇਖ ਸਕਦੇ ਹੋ ਤੁਸੀਂ, ਹਾਂਜੀ, ਹਾਂਜੀ। ਉਹਦੇ ਵਿੱਚ ਜਿਹੜੇ ਹੈਗੇ ਆ ਰੱਦ ਕੀਤੇ ਗਏ ਨੇ ਉਹਨਾਂ ਹਾਈ ਕੋਰਟ ਦੇ ਵੱਲੋਂ, ਪੈਂਡਿੰਗ ਕੋਈ ਨਹੀਂ ਪਾਇਆ ਗਿਆ ਜੀ। ਹਾਈ ਕੋਰਟ ਨੇ ਐਸਡੀਐਮ ਸਾਹਿਬ ਨੂੰ ਇਹ ਆਰਡਰ ਦਿੱਤੇ, ਉਹਦੇ ਵਿੱਚ ਧਿਆਨ ਨਾਲ ਪੜਿਓ ਲਾਈਨਾਂ ਜੀ ਬਈ ਇਹਦੇ ਬਾਰੇ ਤੁਸੀਂ 145 ਲਗਾਈ ਕਿਹੜੇ ਤਰੀਕੇ ਨਾਲ ਆ, ਇਹਦਾ ਜਵਾਬ ਦਿਓ। ਮੈਮ ਜਦੋਂ ਜਦੋਂ ਦੁਬਾਰਾ ਜਵਾਬ ਮੰਗਿਆ ਤਾਂ ਹਾਈ ਕੋਰਟ ਨੇ ਦੁਬਾਰਾ ਜਦੋਂ ਰੱਦ ਕੀਤਾ, ਉਸ ਤੋਂ ਬਾਅਦ ਹਾਈ ਕੋਰਟ ਨੇ ਉਹਨਾਂ ਨੂੰ ਹੀ ਦੁਬਾਰਾ ਮੈਮ ਸੁਣੋ, ਉਹਨਾਂ ਨੂੰ ਹੀ ਦੁਬਾਰਾ ਇਹ ਆਰਡਰ ਲਿਖ ਕੇ ਭੇਜਿਆ ਗਿਆ ਵੀ ਤੁਹਾਡੇ ਕੋਲ ਰਾਈਟ ਦਿੱਤੇ ਗਏ ਨੇ, ਇਸ ਰਾਈਟ ਦੇ ਵਿੱਚ ਹੀ ਤੁਹਾਨੂੰ ਇਹਨਾਂ ਦਾ ਜਵਾਬ ਦੇਣਾ ਪੈਣਾ ਤੇ ਇਹਨਾਂ ਬਾਰੇ ਤੁਸੀਂ 30 ਤਰੀਕ ਨੂੰ ਫੈਸਲਾ ਦੇਣਾ ਜੀ। ਜੀ ਹਾਂਜੀ, ਹਜੇ ਤੇ ਦੁਬਾਰਾ 145 ਤਾਂ ਹੀ ਉਹ ਰੱਦ ਕੀਤੀ, 145 ਧਾਰਾ ਦੁਬਾਰਾ ਤਾਂ ਹੀ ਲੱਗੀ ਸੀ ਉਹਦੇ ਵਿੱਚ। ਨਹੀਂ ਜੀ, ਲੱਗੀ ਨਹੀਂ ਹੈਗੀ, ਧਾਰਾ ਟੁੱਟ ਗਈ ਆ ਹਾਈ ਕੋਰਟ 'ਚ, ਤੁਸੀਂ ਸ਼ਾਇਦ ਪੂਰੇ ਆਰਡਰ ਨਾ ਪੜ੍ਹੇ ਹੋਣਗੇ, 16 ਪੇਜ ਆ ਆਰਡਰ ਦੇ। ਮੇਰਾ ਮੈਟਰ ਪਹਿਲਾਂ ਵੀ ਮੀਡੀਆ 'ਚ ਕਾਫੀ ਆ ਚੁੱਕਾ ਆ। ਮੇਰਾ ਮੈਟਰ ਹੈਗਾ ਪ੍ਰਾਪਰਟੀ ਦਾ ਜੀ ਪਿੰਡ ਉੱਪਰ ਭੁੱਪਾ ਵਿਖੇ ਸੰਤੋਖ ਸਿੰਘ ਨਾਲ ਝਗੜੇ ਵਾਲੇ। ਜੀ ਤੇ ਇਹਦੇ ਵਿੱਚ ਜਿੱਦਾਂ ਮੇਰੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਲਗਾਤਾਰ। ਧੱਕੇਸ਼ਾਹੀ ਮੀਨਿੰਗ ਕਿਸ ਤਰੀਕੇ ਦੀ ਧੱਕੇਸ਼ਾਹੀ ਹੋ ਰਹੀ ਹੈ? ਤੁਹਾਡੀ ਇਹ ਕੋਈ ਪ੍ਰਾਪਰਟੀ, ਤੁਹਾਡੀ ਜੱਦੀ ਪ੍ਰਾਪਰਟੀ ਹੈ ਜਾਂ ਕਿਵੇਂ ਹੈ ਜੀ? ਨਹੀਂ, ਇਹ ਮੇਰੇ ਕੋਲ ਪਟੇਨਾਮੇ ਤੇ ਆ ਪ੍ਰਾਪਰਟੀ। ਜੀ ਮੇਰੇ ਹਸਬੰਦ ਦੀ ਡੈਥ ਹੋਣ ਤੋਂ ਬਾਅਦ ਮੈਂ ਇਹਦੀ ਦੇਖ ਰੇਖ ਕਰਦੀ ਆ ਤੇ ਮੈਂ ਬਾਹ ਬੀਜ ਰਹੀ ਆ। ਤੇ ਪ੍ਰਾਪਰਟੀ ਅਸਲ ਕਿਹਦਾਂ ਦੀ ਹੈ? ਅਸਲ ਦੇ ਵਿੱਚ ਇਹ ਸੰਤੋਖ ਸਿੰਘ ਤੇ ਜਰਨੈਲ ਸਿੰਘ ਦੀ ਡੈਥ ਹੋ ਗਈ, ਉਹਦੇ ਵਾਰਿਸ ਉਹਦੇ ਮਗਰ ਬੱਚੇ ਤੇ ਉਹਦੀ ਪਤਨੀ ਆ। ਓਕੇ ਜੀ। ਹਾਂਜੀ, ਤੇ ਇਹਦਾ ਕਿੰਨਾ ਠੇਕਾ ਕਿੰਨਾ ਦਿੰਦੇ ਤੁਸੀਂ ਇਹਦਾ ਜੀ? ਇਹ 27,000 ਪਰ ਏਕੜ। ਪਰ ਏਕੜ। ਤੇ ਇਹਦਾ ਕੋਈ ਜਿਹੜੇ ਤੁਸੀਂ ਪੇਮੈਂਟ ਦਿੰਦੇ ਹੋ ਉਹਦਾ ਕੋਈ ਪ੍ਰੂਫ ਤੁਹਾਡੇ ਕੋਲ ਹੈਗਾ ਹੈ ਜੀ? ਹਾਂਜੀ, ਪ੍ਰੂਫ ਪਹਿਲਾਂ ਤਾਂ ਜਦੋਂ ਬਣੀ ਹੁੰਦੀ ਆ ਘਰ 'ਚ ਹੀ ਠੇਕਾ ਜਾਂਦਾ ਆਉਂਦਾ ਆ, ਬਣੀ ਦੇ ਵਿੱਚ ਤਾਂ ਕੋਈ ਬੋਲਦਾ ਹੀ ਨਹੀਂਗਾ ਹੈਗਾ। ਜਦੋਂ ਫਿਰ ਹੁਣ ਪ੍ਰੂਫ ਆ, ਹੁਣ ਜਦੋਂ ਦਾ ਝਗੜਾ ਚੱਲ ਰਿਹਾ ਆ, ਕੋਰਟ ਨੇ ਮੈਨੂੰ ਕਿਹਾ ਸੀ ਠੇਕਾ ਤੂੰ ਦੇ ਸਕਦੀ ਆ, ਮੈਂ ਕਿਹਾ ਸੀ ਦੇ ਸਕਦੀ ਆ। ਉਹਦੇ ਵਿੱਚ ਹਜੇ ਮੈਨੂੰ ਕੋਈ ਠੇਕਾ ਨਹੀਂ ਲੱਗਾ ਤੇ ਨਾ ਮੈਂ ਦਿੱਤਾ ਆ ਜੀ। ਠੀਕ ਆ। ਝਗੜਾ ਕਿਸ ਚੀਜ਼ ਦਾ ਚੱਲ ਰਿਹਾ ਜੀ? ਝਗੜਾ ਪ੍ਰਾਪਰਟੀ ਨੂੰ ਲੈ ਕੇ ਮੇਨ ਵਜ੍ਹਾ ਕਾਰਨ ਪ੍ਰਾਪਰਟੀ ਆ, ਪ੍ਰਾਪਰਟੀ ਕਰਕੇ ਚੱਲ ਰਿਹਾ ਝਗੜਾ। ਤੇ ਹੁਣ ਠੇਕਾ ਦਿੱਤੇ ਨੂੰ ਕਿੰਨੀ ਦੇਰ ਹੋ ਗਈ ਤੁਹਾਨੂੰ? 2 ਸਾਲ। ਕਿੰਨੀ ਪ੍ਰਾਪਰਟੀ ਕਿੰਨੀ ਹੈ ਜੀ? ਪ੍ਰਾਪਰਟੀ 11 ਏਕੜ ਸੰਤੋਖ ਸਿੰਘ ਦੇ ਆ, 11 ਏਕੜ ਤਕਰੀਬਨ 17 ਖੇਤ ਆ ਸਾਰੇ, ਜਿਹਦਾ ਝਗੜਾ ਚੱਲ ਰਿਹਾ ਆ। ਮੇਰਾ ਸੰਤੋਖ ਸਿੰਘ ਨਾਲ ਝਗੜਾ ਚੱਲ ਰਿਹਾ ਸੀ, ਮਹਿੰਦਰ ਕੌਰ ਨਾਲ ਮੇਰਾ ਕੋਈ ਝਗੜਾ ਨਹੀਂ ਸੀ। ਉਹਨਾਂ ਨੇ ਆ ਕੇ ਬਾਹਰੋਂ ਉਹਨਾਂ ਦੇ ਮਗਰ ਲਾ ਕੇ ਮੇਰੇ ਤੇ ਕੇਸ ਕੀਤੇ ਹੋਏ ਆ, ਕੇਸ ਦੇ ਜਵਾਬ ਦਿੱਤੇ ਆ, ਜਿਹਦੇ ਵਿੱਚ ਉਹਨੇ ਮੇਰੇ ਤੇ 145 ਲਗਾਤੀ। ਉਹਨਾਂ ਨੇ ਕੇਸ ਕਿਸ ਚੀਜ਼ ਦਾ ਕੀਤਾ ਤੁਹਾਡੇ ਤੇ? ਇਹੀ ਵੀ ਕਬਜ਼ੇ ਨਾਲ ਮੇਰੀ ਜ਼ਮੀਨ ਨਹੀਂ ਛੱਡ ਰਹੀ ਆ। ਜੀ। ਉਹਦਾ ਜਵਾਬ ਮੈਂ ਪਹਿਲਾਂ ਪੰਚਾਇਤਾਂ ਹੋਈਆਂ ਸਾਡੇ ਪਿੰਡ, ਪੰਚਾਇਤ 'ਚ ਨਿਬੜੀ ਗੱਲ, ਪੰਚਾਇਤ ਦੀ ਵੀ ਉਹਨੇ ਨਹੀਂ ਮੰਨੀ। ਪੰਚਾਇਤ ਘਰ ਜਾਂਦੀ ਰਹੀ, ਦਰਵਾਜ਼ੇ ਖੜਕਾਉਂਦੀ ਰਹੀ, ਉਹ ਮੋੜਦੇ ਰਹੇ ਆ, ਉਹਨਾਂ ਨੇ ਕਿਸੇ ਦੀ ਵੀ ਨਹੀਂ ਮੰਨੀ। ਬਾਅਦ ਵਿੱਚ ਉਹਨੇ ਕੋਰਟ 'ਚ ਕੇਸ ਲਾਇਆ ਹੋਇਆ ਸੀ, ਉਹਦਾ ਮੈਂ ਜਵਾਬ ਦੇਣਾ ਕੋਰਟ 'ਚ ਹੀ ਸੀਗਾ। ਕੋਰਟ 'ਚ ਜਵਾਬ ਦਾ ਸਾਡਾ ਚੱਲ ਰਿਹਾ, ਕੇਸ ਚੱਲ ਰਿਹਾ। ਉਹਦੇ ਵਿੱਚ ਉਹਨੇ ਇੱਕ ਦਿਨ ਧੱਕੇ ਨਾਲ ਮੇਰੀ ਬੀਜੀ ਹੋਈ ਫਸਲ ਦੇ ਝੋਨੇ ਦੀ ਤੇ 145 ਲਗਾਤੀ। 145 ਸਹੀ ਢੰਗ ਨਾਲ ਨਹੀਂ ਲੱਗੀ ਸੀਗੀ, ਇਸ ਕਰਕੇ ਹਾਈ ਕੋਰਟ ਦੇ ਵਿੱਚ ਮੈਂ ਪਟੀਸ਼ਨ ਪਾਈ। ਹਾਈ ਕੋਰਟ ਦੇ ਵਿੱਚ ਪਹਿਲਾਂ ਮੈਨੂੰ 4 ਤਰੀਕ ਨੂੰ ਸਟੇ ਹੋਇਆ, ਉਹਦੇ ਵਿੱਚ ਆਰਡਰ ਮੇਰੇ ਹੱਕ 'ਚ ਹੋਏ। 145 ਤੁਸੀਂ ਕਹਿੰਦੇ ਸਹੀ ਢੰਗ ਨਾਲ ਕਿੱਦਾਂ ਨਹੀਂ ਲੱਗੀ? ਸਹੀ ਢੰਗ ਨਾਲ ਨਹੀਂ, ਉਹ ਪੈਸੇ ਸਾਫ਼ ਜਾ ਰਿਹਾ। ਸੈਚਰਡੇ ਮੈਂ ਕੋਰਟ 'ਚੋਂ ਐਸਡੀਐਮ ਦੇ ਆਈ ਆ, ਸੰਡੇ ਲੱਗ ਗਈ ਆ, ਸੋਮਵਾਰ ਨੂੰ ਰਿਸੀਵਰ ਲੱਗ ਜਾਂਦਾ, ਫਸਲ ਵੱਢ ਕੇ ਲੈ ਜਾਂਦਾ ਆ। 3 ਦਿਨਾਂ ਦੇ ਵਿੱਚ ਕਿੱਦਾਂ ਹੋ ਸਕਦਾ ਇਹ? ਤੁਸੀਂ ਆਪ ਸੋਚੋ। ਇਹ ਕੋਈ ਪੁਲਿਸ ਪ੍ਰਸ਼ਾਸਨ, ਐਸਡੀਐਮ, ਇਹ ਸਾਰੇ ਰਲ ਕੇ ਪੈਸੇ ਚੰਗੇ ਲੈ ਕੇ ਹੀ ਇਹ ਲੱਗੀ ਗਈ 145। ਨਹੀਂ ਤਾਂ ਇੱਥੇ ਕੋਈ ਅਪਰਾਧ ਹੋ ਜਾਵੇ ਆਪਣੇ ਇਲਾਕੇ ਦੇ ਵਿੱਚ, ਮੋਟਰਸਾਈਕਲ ਖੋਹ ਹੁੰਦੇ, ਸਭ ਕੁਝ ਹੁੰਦਾ ਆ। ਤੁਹਾਨੂੰ ਪਤਾ ਹੀ ਆ ਕਿੰਨਾ ਕ੍ਰਾਈਮ ਹੁੰਦਾ, ਪੁਲਿਸ ਕਦੇ ਵੀ ਨਹੀਂ ਆਉਂਦੀ, ਸੁਣਦੀ ਕਿਸੇ ਦੀ। ਪੁਲਿਸ ਦਾ ਇਹਦੇ ਵਿੱਚ ਕੀ ਰੋਲ ਹੈ ਜੀ? ਪੁਲਿਸ ਦਾ ਰੋਲ ਇਹਦੇ ਵਿੱਚ ਇਹ ਆ, ਪੁਲਿਸ ਨਾਲ ਰਲ ਕੇ ਕਲੰਦਰਾ 1 ਦਿਨ ਦੇ ਵਿੱਚ ਲੈ ਕੇ ਆਈ, ਮੇਰੇ ਤੋਂ ਸਾਈਨ ਕਰਾਇਆ, 1 ਦਿਨ 'ਚ ਰਿਸੀਵਰ ਲੱਗ ਗਿਆ। 3 ਦਿਨਾਂ ਦੇ ਵਿੱਚ 16-17 ਖੇਤਾਂ ਦਾ ਝੋਨਾ ਕੱਢ ਕੇ ਲੈ ਗਏ ਜੀ। ਮੇਰਾ ਬੀਜਿਆ ਹੋਇਆ। ਮੈਨੂੰ ਹਰਾਸਮੈਂਟ ਕਰਨ ਲਈ ਵਿੱਚੋਂ ਸੁਨੇਹੇ ਭੇਜਦੇ ਸੀ, ਰਾਜੀਨਾਮਾ ਕਰ ਲਾ ਬਈ ਤੈਨੂੰ ਇਹਦੇ ਪੈਸੇ ਦੇ ਦਿੰਦੇ, ਤੂੰ ਚੱਲ ਜਾ। ਜਦ 145 ਲੱਗ ਗਈ ਸੀ, ਫਿਰ ਮੈਂ ਹਾਈ ਕੋਰਟ 'ਚ ਗਈ ਆ ਇਹਦੇ ਖਿਲਾਫ। ਉਹਦੇ ਵਿੱਚੋਂ ਮੈਨੂੰ ਉਹ ਹਾਈ ਕੋਰਟ ਦੇ ਵਿੱਚੋਂ ਸਟੇ ਆਰਡਰ ਮਿਲੇ ਆ, ਉਹ ਮੈਂ ਤੁਹਾਨੂੰ ਦਿਖਾ ਦਿੰਨੀ ਆ, ਕੇਸ ਨੰਬਰ ਬੋਲ ਦਿੰਨੀ ਆ, ਕੋਈ ਵੀ ਨੈਟ ਤੇ ਚੈੱਕ ਕਰ ਸਕਦਾ ਜੇ ਕਿਸੇ ਨੂੰ ਕੋਈ ਡਾਊਟ ਹੋਵੇ। ਉਹ ਲਸ਼ਕਰ ਸਿੰਘ ਗੁੰਡੇ ਲੈ ਕੇ ਆਉਂਦਾ, ਧੱਕੇਸ਼ਾਹੀ ਕਰਦਾ, ਘਰ 'ਚ ਦਰਵਾਜ਼ੇ ਤੋੜਦਾ, ਭਾਂਦਾ, ਜਦ ਕਿ ਕਾਨੂੰਨ ਇਹ ਗੱਲਾਂ ਨਹੀਂ ਹੈਗੀਆਂ। ਜਿਹਦੇ ਵਿੱਚ ਲਸ਼ਕਰ ਸਿੰਘ ਅਕਾਲੀਆਂ ਦੀ ਸ਼ਹਿ ਤੇ ਮੇਰੇ ਤੇ 3 ਪਰਚੇ, ਅੱਜ ਜ਼ਮਾਨਤ ਕਰਾਉਣੀ ਆ, 30 ਦਿਨ ਪਰਚਾ, ਪਰਚੇ 307, 452, ਕਿਹੜੀਆਂ ਧਾਰਾਂ ਜਿਹੜੀਆਂ ਨਹੀਂ ਲੱਗੀਆਂ ਕ੍ਰਿਮੀਨਲ। ਮੈਨੂੰ ਗੈਂਗਸਟਰ ਕਿਹਾ ਗਿਆ, ਮੈਨੂੰ ਇਹਨਾਂ ਕਿਹਾ। ਫਿਰ K9 ਚੈਨਲ ਵਾਲਿਆਂ ਨੇ ਉਹਨਾਂ ਦੀ ਵਾਈਡ ਲਈ ਮੇਰੇ ਖਿਲਾਫ, ਮੇਰੇ ਕਰੈਕਟਰ ਦੇ ਖਿਲਾਫ, ਮੇਰੇ ਕੈਰੀਅਰ ਦੇ ਖਿਲਾਫ, ਮੇਰੀ ਪਿਛਲੀ ਜ਼ਿੰਦਗੀ ਦੇ ਖਿਲਾਫ ਉਹਨੇ ਉਹ ਕੁਛ ਉਛਾਲਿਆ ਜਿਹੜਾ ਨਹੀਂ ਉਹ ਬੋਲਣ ਦੇ ਉਹਨਾਂ ਦੇ ਹੱਕ। ਉਹਦੇ ਖਿਲਾਫ ਵੀ ਮੈਂ K9 ਦੇ ਹਾਈ ਕੋਰਟ 'ਚ ਜਾਊਂਗੀ। ਉਹਨਾਂ ਨੂੰ ਉਹ ਚਾਹੀਦਾ ਸੀ ਮੇਰੀ ਵੀ ਉਹ ਸੁਣਦੇ, ਮੇਰਾ ਵੀ ਪੱਖ ਲੈਂਦੇ। ਇੱਕ ਪਾਸੇ ਦਾ ਪੱਖ ਲੈ ਕੇ ਉਹਨੇ ਨਿਊਜ਼ ਲਾਤੀ ਮੇਰੇ ਖਿਲਾਫ, ਜਿਹਦੇ ਵਿੱਚ ਉਹਨੇ ਮੇਰੇ ਕੈਰੀਅਰ ਬਾਰੇ ਬਹੁਤ ਕੁਝ ਬੋਲਿਆ।
ਐਕਚੁਅਲੀ ਇਸ ਘਰ ਦੀ ਬੈਕਗ੍ਰਾਉਂਡ ਇੰਨੀ ਕੁ ਗੰਦੀ ਆ ਨਾ, ਮੈਂ ਬਿਆਨ ਨਹੀਂ ਕਰ ਸਕਦੀ। ਹਾਂਜੀ, ਇਹ ਇਸ ਘਰ ਦੇ ਵਿੱਚ ਪਰਸਨਲ ਰੰਜਿਸ਼ ਕਰਕੇ ਕਤਲ ਹੋਏ ਭਈਆਂ ਦੇ, ਉਹਦੇ ਕੇਸ ਪੈਂਡਿੰਗ ਚੱਲ ਰਹੇ ਆ। ਇਹਨਾਂ ਦੇ ਮੁੰਡੇ ਪੀਓ ਉਹਦੇ ਵਿੱਚ, ਉਹ FRI ਨੰਬਰ ਵੀ ਹੈਗੀ ਆ ਮੇਰੇ ਕੋਲ। ਕੇਸ ਜਿੰਨੇ ਚੱਲਦੇ ਹਾਈ ਕੋਰਟ ਚੋਂ ਜੋ ਆਏ ਆ, ਜੋ ਇੱਥੇ ਸਿਵਲ ਕੋਰਟ 'ਚ ਚੱਲ ਰਿਹਾ ਮੈਟਰ, ਸਾਰੇ ਕੇਸ ਪੈਂਡਿੰਗ ਆ, ਚੱਲ ਰਿਹਾ। ਜਿਹੜਾ ਮੇਨ ਕੇਸ ਇਹ ਕਹਿੰਦੇ ਆ ਮੀਡੀਆ ਦੇ ਵਿੱਚ ਅਸੀਂ ਜਿੱਤ ਚੁੱਕੇ ਆ, ਜਿੱਤ ਕੇ ਤੁਹਾਨੂੰ ਵੀ ਪਤਾ ਆ ਵੀ ਕੋਰਟ ਦੇ ਵਿੱਚੋਂ ਆਰਡਰ ਨਿਕਲਦੇ ਆ। ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਮੈਨੂੰ ਦਿਖਾਈ ਗਈ। ਇਹ ਤੁਸੀਂ ਕਹਿੰਦੇ 2 ਸਾਲਾਂ ਦੀ ਉਹਨਾਂ ਨੂੰ ਪੇਮੈਂਟ ਨਹੀਂ ਦਿੱਤੀ, ਕਿ ਤੁਸੀਂ ਉਹਨਾਂ ਦੀ ਪੇਮੈਂਟ ਉਹਨਾਂ ਨੂੰ ਦਿਓਗੇ ਜਾਂ ਕੀ ਉਹਨਾਂ ਦਾ ਉਹਦਾ ਕੀ ਮਾਮਲਾ? ਹਾਂ, ਜੋ ਮੈਨੂੰ ਕੋਰਟ ਦਊਗੀ ਆਰਡਰ ਮੈਂ ਉਹ ਫੋਲੋ ਕਰੂੰਗੀ। ਜੇ ਮੈਨੂੰ ਕੋਰਟ ਕਹੂਗੀ ਠੇਕਾ ਦੇ, ਜਦੋਂ ਕਹੂਗੀ ਮੈਂ ਦੇਣ ਨੂੰ ਤਿਆਰ ਹਾਂ, ਠੇਕਾ ਦਊਂਗੀ। ਜੋ ਵੀ ਬਣਦਾ ਆ ਉਹਨਾਂ ਦਾ ਪ੍ਰੋਸੀਜਰ ਮੈਂ ਕੋਰਟ ਦੇ ਆਰਡਰ ਦੇ ਹਿਸਾਬ ਨਾਲ ਦਊਂਗੀ। ਓਕੇ, ਹਾਂਜੀ। ਤੇ ਜਿਹੜਾ ਉਹ ਕਹਿੰਦੇ ਅਸੀਂ ਕੇਸ ਇਹ ਹਾਰ ਗਈ ਹੈ, ਧੱਕੇ ਨਾਲ ਇਹ ਹੁਣ ਕਬਜ਼ਾ ਕਰਨਾ ਚਾਹੁੰਦੀ, ਮੈਂ ਕੋਈ ਕਬਜ਼ਾ ਨਹੀਂ। ਮੈਂ 14 ਸਾਲ ਤੋਂ ਇੱਥੇ ਹੀ ਰਹਿੰਦੀ ਹਾਂ, ਇੱਥੇ ਹੀ ਮੇਰੇ ਹਸਬੰਡ ਬਾਉਂਦੇ ਬੀਜਦੇ ਸੀ ਫਸਲ, ਇੱਥੇ ਮੇਰੇ ਨਿਆਣੇ ਜੰਮੇ ਪਲੇ ਆ, ਤੇ ਇੱਥੇ ਹੁਣ ਮੈਂ ਕਿੱਥੇ ਜਾਣਾ? ਹੁਣ ਜਦੋਂ ਦਾ ਇਹਨਾਂ ਨੂੰ ਲੋੜ ਸੀ ਇਹ ਲੈ ਕੇ ਆਏ ਸਾਨੂੰ। ਕਤਲ ਹੋ ਗਏ ਸੀਗੇ ਘਰ ਦੇ ਵਿੱਚ, ਕੋਈ ਸਾਂਭਣ ਵਾਲਾ ਨਹੀਂ ਸੀ, ਪਿੰਡ ਕੋਈ ਮਗਰ ਨਹੀਂ ਸੀ ਇਹਨਾਂ ਦੇ ਤੌਰ ਦਾ। ਉਸ ਟਾਈਮ ਮੇਰਾ ਹਸਬੰਡ ਆਇਆ, ਇਹਨਾਂ ਨੇ ਬਹੁਤ ਕੁਝ ਕੀਤਾ। ਮੈਂ ਵੀ ਇਹਨਾਂ ਦੇ ਘਰ 'ਚ ਹੀ ਰਹੀ, ਅਸੀਂ ਇਕੱਠੇ ਹੀ ਰਹੇ ਆ। ਹੁਣ ਤੁਸੀਂ ਵੀ ਜ਼ਮੀਨ ਦੀ ਮੰਗ ਕਰਦੇ ਹੋ, ਕੋਈ ਹੱਕ ਮੰਗਦੇ ਹੋ ਉਹਨਾਂ ਕੋਲੋਂ? ਮੈਂ ਹੱਕ ਇਹੀ ਮੰਗ ਰਹੀ ਹਾਂ। ਮੈਂ ਇਹਨਾਂ ਨੂੰ ਕਿਹਾ ਸੀ ਮੈਨੂੰ 2 ਸਾਲ ਦਾ ਟਾਈਮ ਦੇ ਦਿਓ, 2 ਸਾਲ 'ਚ ਮੈਂ ਕੋਈ ਅਰੇਂਜਮੈਂਟ ਕਰਕੇ ਚੱਲ ਜੂੰਗੀ। ਹੁਣ ਇੱਕਦਮ ਮੈਂ ਕਿਵੇਂ ਦਾ ਅਰੇਂਜਮੈਂਟ ਤੁਸੀਂ ਚਾਹੁੰਦੇ ਸੀ? ਮੈਂ ਅਰੇਂਜਮੈਂਟ ਕੋਈ ਨਹੀਂ ਚਾਹੁੰਦੀ ਸੀ। ਮੈਂ ਇਹਦੇ ਵਿੱਚ ਇਹੀ ਕਿਹਾ ਸੀਗਾ ਵੀ 2 ਸਾਲ ਮੈਨੂੰ ਠੇਕਾ ਬਾਹਰ ਲੈ ਲਓ ਤੇ ਮੈਨੂੰ ਜ਼ਮੀਨ ਪਾ ਲੈਣ ਦਿਓ ਜੀ, ਵੀ ਮੈਂ ਆਪਣਾ ਅਰੇਂਜਮੈਂਟ ਕਰਕੇ ਇੱਥੋਂ ਚਲੇ ਜਾਊਂਗੀ। ਇਹਦੇ ਵਿੱਚ ਇਹਨਾਂ ਨੇ ਮੇਰੇ ਨਾਲ ਗੁੰਡਾਗਰਦੀ ਸ਼ੁਰੂ ਕਰ ਦਿੱਤੀ। ਗੇਟ ਲਾ ਦੇਣੇ, ਮੈਨੂੰ ਘਰੋਂ ਕੱਢ ਦੇਣਾ, ਮੇਰਾ ਸਮਾਨ ਭੰਨ ਦੇਣਾ, ਟਰੈਕਟਰ 'ਚ ਖੰਡ ਪਾ ਦੇਣੀ, ਕਦੇ ਕੁਛ ਕਦੇ ਤੰਗੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜ਼ਿਆਦਾਤਰ ਤੰਗੀਆਂ ਪਿੰਡ ਦੇ 4-5 ਗੁੰਡਿਆਂ ਨੇ ਰਲ ਕੇ ਦਿੱਤੀਆਂ, ਜਿਨ੍ਹਾਂ ਤੇ ਵੀ ਪਰਚਾ ਹੋ ਚੁੱਕਾ ਆ। ਤੇ ਹੁਣ ਤੁਸੀਂ ਕੀ ਮੰਗ ਕੀ ਚਾਹੁੰਦੇ ਹੋ? ਹੁਣ ਮੇਰੀ ਮੰਗ ਇਹ ਹੈ ਵੀ ਜੋ ਵੀ ਕੋਰਟ ਫੈਸਲਾ ਕਰੂਗੀ ਉਸ ਕੇਸ ਨੂੰ ਮੈਂ ਫੋਲੋ ਕਰੂੰ, ਉਸੇ ਹਿਸਾਬ ਨਾਲ ਚੱਲ ਸਕਦੀ ਆ। ਜੇ ਪੁਲਿਸ ਪ੍ਰਸ਼ਾਸਨ ਆ ਕੇ ਕਦੇ ਸਟਾਰਟਰ ਲਹਾ ਦਿੰਦੇ ਆ, ਕਦੇ ਕੁਛ ਕਰਦੇ ਆ, ਜਾਨੀ ਮੈਨੂੰ ਤੰਗੀਆਂ ਲੋੜ ਤੋਂ ਬਾਅਦ ਉਹਦੇ ਬਕਾਇਦਾ ਮੇਰੇ ਕੋਲ ਪ੍ਰੂਫ ਹੈਗੇ ਆ। ਇਹਦੀ ਤੁਸੀਂ ਕੰਪਲੇਂਟ ਕੀਤੀ ਹੈ ਜਿਹੜਾ ਤੁਸੀਂ ਦੱਸ ਰਹੇ ਹੋ? ਹਾਂਜੀ, ਮੈਂ ਹਜੇ ਕੋਈ ਕੰਪਲੇਂਟ ਨਹੀਂ, ਹਜੇ ਤਾਂ ਮੇਰੇ ਤੇ ਪਰਚਾ ਹੋ ਕੇ ਹਟਿਆ, ਹਜੇ ਤਾਂ ਮੈਂ ਜ਼ਮਾਨਤ ਲਈ ਆ ਪੱਕੀ। ਤੇ ਉਹ ਕੇਸ ਹਜੇ ਚੱਲਣਗੇ, ਚਲਾਨ ਪੇਸ਼ ਕਰਦੀ ਜਾਂ ਨਹੀਂ ਕਰਦੀ। ਪਹਿਲਾਂ ਵੀ ਮੇਰੇ ਵੱਲੋਂ ਇਹਨਾਂ ਨਹੀਂ ਮੈਮ, ਜਿਹੜੇ ਤੁਹਾਡੇ ਤੇ ਕੋਈ ਸਟਾਰਟਰ ਲਾਉਂਦੇ ਆ ਜਾਂ ਤੁਹਾਡੇ ਤੇ ਕੁੱਟਮਾਰ ਕਰਨ ਦੀ ਗੱਲ ਕਰਦੇ, ਉਹਨਾਂ ਤੇ ਤੁਸੀਂ ਕੋਈ ਕੰਪਲੇਂਟ ਫਾਈਲ ਕੀਤੀ ਹੈ ਜੀ? ਹਜੇ ਸਟਾਰਟਰ ਕੱਲ ਲਾਇਆ। ਅੱਛਾ, ਜਿਹੜੀ ਪਹਿਲਾਂ ਕੋਈ ਤੁਹਾਡੇ ਤੇ ਕੁੱਟਮਾਰ ਵਗੈਰਾ ਹੋਈ ਉਹਦੇ ਤੁਸੀਂ ਕੰਪਲੇਂਟ ਕੋਈ ਫਾਈਲ ਕੀਤੀ ਹੋਵੇ? ਹਜੇ ਮੇਰੇ ਤੇ ਪਰਚਾ ਹੋਣ ਤੋਂ ਬਾਅਦ ਮੇਰੇ ਨਾਲ ਇੰਨਾ ਕੁਝ ਹੋ ਰਿਹਾ ਆ, ਪਹਿਲਾਂ ਵੀ ਇੰਨਾ ਕੁਝ ਹੋ ਰਿਹਾ। ਇਹਦੀ ਕੰਪਲੇਂਟ ਮੈਂ ਕੋਰਟ ਦੇ ਵਿੱਚ ਕੀਤੀਆਂ ਹੋਈਆਂ। ਪੁਲਿਸ ਦਾ ਮੇਰੀ ਸੁਣੀ ਨਹੀਂ ਰਹੀ। ਪੁਲਿਸ ਨੂੰ ਮੇਰੇ ਬਿਆਨ ਵੀ ਹੋਏ ਆ, ਸਾਰਾ ਕੁਝ ਹੋਇਆ ਹੈ। ਪੁਲਿਸ ਨੇ ਕੋਈ ਪਰਚਾ ਨਹੀਂ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ। ਤੁਸੀਂ ਪੁਲਿਸ ਦੇ ਖਿਲਾਫ ਕੋਈ ਕੰਪਲੇਂਟ ਤੁਹਾਡੇ ਕੋਲ ਕੋਈ ਹੈਗੀ? ਪੁਲਿਸ ਦੇ ਖਿਲਾਫ ਹਜੇ ਮੈਂ ਕੋਈ ਕੰਪਲੇਂਟ ਨਹੀਂ ਕੀਤੀ। ਮੈਂ ਤੁਹਾਡੇ ਜਿਹੜੇ ਤੁਹਾਡੇ ਮੁਲਾਜ਼ਮ ਜਿਹੜੇ ਤੁਸੀਂ ਪਿੰਡ ਵਾਲੇ ਦੱਸਿਆ, ਉਹਨਾਂ ਨੇ ਕਿਸੇ ਦੇ ਵੀ ਖਿਲਾਫ ਤੁਹਾਡੇ ਕੋਲ ਕੋਈ ਕੰਪਲੇਂਟ ਦਰਜ ਕੀਤੀ ਦਾ ਜਾਂ ਕੋਈ ਨੰਬਰ ਦਾ ਕੁਝ ਹੈਗਾ ਤੁਹਾਡੇ ਕੋਲ, ਕੋਈ ਕੰਪਲੇਂਟ ਫਾਈਲ ਕੀਤੀ ਹੋਵੇ ਤੁਸੀਂ ਥਾਣੇ ਵਿੱਚ ਜਾਂ DSP ਜਾਂ SSP ਦੇ? ਮੈਂ ਰਿਪੋਰਟਾਂ ਹੀ ਦਿੱਤੀਆਂ, ਮੈਂ SSP ਦੇ ਵੀ ਜਾਈ ਆ, ਉੱਥੋਂ ਮਾਰਕ ਹੋ ਕੇ ਆ ਦਿੱਤੀਆਂ ਰਿਪੋਰਟਾਂ, ਉਹਨਾਂ ਦੇ ਕੋਲੇ ਪਈਆਂ। ਉਹਨਾਂ ਨੇ ਮੇਰੇ ਕੋਈ ਬਿਆਨ ਨਹੀਂ ਲਏ ਹੈਗੇ ਇਹਦੇ ਵਿੱਚ।